ਹੈਲੋ ਫਰੈਂਡਸ, ਮੇਰੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਅਧਿਆਇ 6 ਦੀ ਐਕਸਰਸਾਈਜ਼ 6.2 ਜੋ ਕਿ ਥੇਲਜ਼ ਥਿਊਰਮ ਦੇ ਬੇਸਡ ਹੈ, ਸਮਾਨ ਅਨੁਪਾਤਤਾ ਥਿਊਰਮ ਦੇ ਆਧਾਰਿਤ ਹੈ। ਇਸ ਦੇ ਕੁਝ ਕੁਐਸਚਨ ਜਿਹੜੇ ਆਪਾਂ ਡਿਸਕਸ ਕਰਾਂਗੇ। ਸੋ ਕੁਐਸਚਨ ਨੰਬਰ 4 ਜਿਹੜਾ ਹੈ, ਇਸ ਦੇ ਵਿੱਚ ਸਾਨੂੰ ਕੀ ਗਿਵਨ ਹੈ ਤੇ ਕੀ ਪੁੱਛਿਆ ਗਿਆ ਹੈ। In the figure, DE is parallel to AC and DF is parallel to AE। ਜੋ DE ਹੈ ਉਹ ਸਮਾਨਾਂਤਰ ਹੈ AC ਦੇ, ਤੇ ਇਸੇ ਤਰ੍ਹਾਂ DF ਜੋ ਹੈ ਉਹ ਸਮਾਨਾਂਤਰ ਹੈ AE ਦੇ। ਸੋ ਆਪਾਂ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਦੋਂ ਕਦੇ ਵੀ ਕਿਸੇ ਤ੍ਰਿਭੁਜ ਦੇ ਵਿੱਚ ਦੋ ਸਮਾਨਾਂਤਰ ਰੇਖਾਵਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਉੱਥੋਂ ਹੀ ਇੱਕ ਅੰਦਾਜ਼ਾ ਲੱਗ ਜਾਂਦਾ ਹੈ ਕਿ ਜਿਹੜਾ ਕੁਐਸਚਨ ਹੈ ਇਹ ਥੇਲਜ਼ ਥਿਊਰਮ ਦੇ ਬੇਸਡ ਹੈ। ਸੋ ਕੁਐਸਚਨ ਪੇਪਰ ਦੇ ਵਿੱਚ ਤੁਸੀਂ ਇੱਥੋਂ ਆਇਡੈਂਟੀਫਾਈ ਕਰ ਸਕਦੇ ਹੋ ਕਿ ਇਹ ਜਿਹੜਾ ਕੁਐਸਚਨ ਹੈ ਥੇਲਜ਼ ਥਿਊਰਮ ਦਾ ਆਧਾਰਿਤ ਹੈ। ਸੋ ਗਿਵਨ ਕੀ ਹੈ, ਸਾਨੂੰ ਦਿੱਤਾ ਕੀ ਹੈ, ਗਿਵਨ DE ਪੈਰਲਲ AC, DE ਜੋ ਹੈ ਉਹ AC ਦੇ ਸਮਾਨਾਂਤਰ ਹੈ। ਇਸੇ ਤਰ੍ਹਾਂ DF ਜੋ ਹੈ ਉਹ ਸਮਾਨਾਂਤਰ ਹੈ AE ਦੇ। ਤੇ ਅਸੀਂ ਪ੍ਰੂਵ ਕੀ ਕਰਨਾ ਹੈ, ਟੂ ਪ੍ਰੂਵ ਕੀ ਹੈ, ਸਿੱਧ ਕੀ ਕਰਨਾ, ਅਸੀਂ ਸਿੱਧ ਕਰੋ ਕਿ BF over FE is equal to BE over EC। ਅਸੀਂ ਇਹ ਦੋ ਰੇਸ਼ੋਜ਼ ਜਿਹੜੀਆਂ ਨੇ ਬਰਾਬਰ ਕਰਨੀਆਂ ਨੇ। ਤਾਂ ਪੈਰਲਲ ਲਾਈਨਸ ਤੇ ਅਨੁਪਾਤ ਇਹ ਕੇਵਲ ਥੇਲਜ਼ ਥਿਊਰਮ ਦੇ ਵਿੱਚ ਹੀ ਸਾਡੇ ਪਾਸ ਆਉਂਦਾ ਹੈ। ਸੋ ਪਹਿਲਾਂ ਅਸੀਂ DE ਪੈਰਲਲ AC, ਇਹ ਦੋ ਜੋ ਲਾਈਨਾਂ ਪੈਰਲਲ ਨੇ DE ਪੈਰਲਲ AC, ਇਹ ਵਾਲੀ ਜਿਹੜੀ ਟਰਾਈਐਂਗਲ ਹੈ ਇਹਦੇ ਵਿੱਚੋਂ ਇੱਕ ਵਾਰ ਬਾਹਰ ਕੱਢ ਕੇ ਬਣਾ ਲੈਂਦੇ ਹਾਂ। ਸੋ ਇੱਦਾਂ ਦੀ ਸਾਡੇ ਪਾਸ ਪਿਕਚਰ ਹੈ AC ਤੇ DE ਪੈਰਲਲ ਹੈ। ਸੋ ਇੱਥੇ ਪੁਆਇੰਟ ਸਾਡੇ ਪਾਸ B ਹੈ, BAC, ਇਸ ਦੇ ਵਿੱਚ DE ਜੋ ਹੈ ਉਹ ਪੈਰਲਲ ਹੈ AC ਦੇ। ਇਹ ਪਿਕਚਰ ਤਦ ਇਸ ਲਈ ਬਣਾਈ ਹੈ ਕਿ ਤੁਹਾਨੂੰ ਜਿਹੜਾ ਕੁਐਸਚਨ ਹੈ ਉਹ ਕਲੀਅਰ ਹੋ ਸਕੇ ਕਿ ਅਸੀਂ ਕਰ ਕੀ ਰਹੇ ਹਾਂ, ਇੱਥੋਂ ਅਸੀਂ ਕਿਹੜੀਆਂ ਟਰਾਈਐਂਗਲਸ ਜਿਹੜੀਆਂ ਨੇ ਉਸ ਦੇ ਵਿੱਚ ਥੇਲਜ਼ ਥਿਊਰਮ ਜਿਹੜੀ ਹੈ ਯੂਜ਼ ਕਰ ਰਹੇ ਹਾਂ। ਸੋ ਸਾਡੇ ਪਾਸ DE ਜੋ ਹੈ ਉਹ AC ਦੇ ਪੈਰਲਲ ਹੈ। ਤਾਂ ਜਿਹੜੀ ਬੜੀ ਟਰਾਈਐਂਗਲ ਸਾਡੇ ਪਾਸ BAC, ਪ੍ਰੂਫ ਦੇ ਵਿੱਚ ਅਸੀਂ ਲਿਖ ਸਕਦੇ ਹਾਂ ਇਨ ਟਰਾਈਐਂਗਲ BAC DE is parallel to AC। ਅਸੀਂ ਇੱਕ ਭੁਜਾ ਦੇ ਸਮਾਨਾਂਤਰ ਇੱਕ ਲਾਈਨ ਜਿਹੜੀ ਹੈ ਉਹ ਬਣਾਈ ਹੈ DE is parallel to AC। ਸੋ DE ਪੈਰਲਲ ਹੈ AC ਦੇ। ਜਦੋਂ ਕਦੇ ਵੀ ਇੱਕ ਭੁਜਾ ਦੇ ਸਮਾਨਾਂਤਰ ਅਸੀਂ ਰੇਖਾ ਬਣਾਉਂਦੇ ਹਾਂ ਤਾਂ ਉਹ ਬਾਕੀ ਦੀਆਂ ਦੋ ਭੁਜਾਵਾਂ ਨੂੰ ਸਮਾਨ ਅਨੁਪਾਤ ਦੇ ਵਿੱਚ ਵੰਡਦੀ ਹੈ। ਸੋ ਇਹ ਸਾਨੂੰ ਕਿੱਥੋਂ ਪਤਾ ਚੱਲਦਾ ਹੈ, ਬਾਏ ਥੇਲਜ਼ ਥਿਊਰਮ। ਸੋ ਬਾਏ ਥੇਲਜ਼ ਥਿਊਰਮ B ਤੋਂ D ਬਟੇ D ਤੋਂ A ਇਜ਼ ਇਕੁਅਲ ਟੂ B ਤੋਂ E ਤੋਂ C। ਸੋ ਅਸੀਂ ਸਾਹਮਣੇ ਵਾਲੇ ਨੂੰ ਪਾਤ ਲੈਣੇ ਆ, BD ਦੇ ਸਾਹਮਣੇ ਹੈ BE ਇਸ ਸਾਈਡ ਜੇ ਅਸੀਂ ਗੱਲ ਕਰੀਏ। ਇਸੇ ਤਰ੍ਹਾਂ DA ਦੇ ਸਨਮੁਖ ਕੌਣ ਹੈ, ਸਾਹਮਣੇ ਕੌਣ ਹੈ, EC। ਸੋ ਇਹ ਸਾਡੀ ਫਸਟ ਇਕੁਏਸ਼ਨ ਹੋ ਗਈ ਹੈ। ਇਸ ਨੂੰ ਅਸੀਂ ਟੂ ਪ੍ਰੂਵ ਦੇ ਨਾਲ ਅਸੀਂ ਸਿੱਧ ਕੀ ਕਰਨਾ ਹੈ, ਉਸ ਦੇ ਨਾਲ ਕੰਪੇਅਰ ਕਰ ਸਕਦੇ ਹਾਂ। BE over EC ਇੱਕ ਸਾਈਡ ਸਾਨੂੰ ਜਿਹੜੀ ਹੈ ਉਹ ਪ੍ਰਾਪਤ ਹੋ ਗਈ ਹੈ। ਸੋ ਇਸੇ ਤਰ੍ਹਾਂ ਅਸੀਂ ਦੂਸਰੀਆਂ ਜਿਹੜੀਆਂ ਦੋ ਪੈਰਲਲ ਲਾਈਨਸ ਨੇ ਇਹਨਾਂ ਦੇ ਅਕੋਰਡਿੰਗ ਇੱਕ ਹੋਰ ਟਰਾਈਐਂਗਲ ਜਿਹੜੀ ਹੈ ਇਸ ਪਿਕਚਰ ਦੇ ਵਿੱਚੋਂ ਲੱਭ ਲੈਂਦੇ ਹਾਂ। ਸੋ DF ਪੈਰਲਲ ਹੈ AE ਦੇ, AEDF। ਤਾਂ ਟਰਾਈਐਂਗਲ ਬਣੀ ਸਾਡੇ ਪਾਸ BAE, ਇਹ ਵਾਲਾ ਸੈਕਸ਼ਨ। ਸੋ ਮੈਂ ਇੱਥੇ ਇੱਕ ਟਰਾਈਐਂਗਲ ਛੋਟੀ ਜਿਹੀ ਹੋਰ ਡਰਾ ਕਰ ਲੈਂਦਾ, AE ਸਾਈਡ ਇਸ ਦੇ ਵਿੱਚ ਹੈ AE ਦੇ ਪੈਰਲਲ ਜੋ ਹੈ ਉਹ ਹੈ DF। ਸੋ ਇਨ ਟਰਾਈਐਂਗਲ ਸੈਕੰਡ ਪਾਰਟ ਦੇ ਵਿੱਚ ਸਾਡੇ ਪਾਸ ਸੇਮ ਕੇਸ ਚੱਲੇਗਾ। ਇਨ ਟਰਾਈਐਂਗਲ BAE DF is parallel to AE। ਇਹ ਦੋ ਸਾਡੇ ਪਾਸ ਲਾਈਨਾਂ ਸਮਾਨਾਂਤਰ ਨੇ। ਸੋ ਜਦੋਂ ਕਦੇ ਵੀ ਦੋ ਪੈਰਲਲ ਲਾਈਨਸ ਦੀ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਇੱਕ ਲਾਈਨ ਜਿਹੜੀ ਹੈ
ਇੱਕ ਭੁਜਾ ਦੇ ਪੈਰਲਲ ਡਰਾ ਕੀਤੀ ਹੈ ਤਾਂ ਉਹ ਬਾਕੀ ਦੀਆਂ ਜਿਹੜੀਆਂ ਦੋ ਭੁਜਾਵਾਂ ਨੇ ਉਹਨਾਂ ਨੂੰ ਸਮਾਨ ਅਨੁਪਾਤ ਦੇ ਵਿੱਚ ਵੰਡਦੀ ਹੈ। ਸੋ ਇਟ ਡਿਵਾਈਡਸ ਦ ਅਦਰ ਟੂ ਸਾਈਡਸ ਇਨ ਇਕੁਅਲ ਰੇਸ਼ੋ। ਇਹੀ ਸਾਨੂੰ ਥੇਲਸ ਥਿਊਰਮ ਤੋਂ ਪਤਾ ਚੱਲਦਾ ਹੈ। ਸੋ ਬਾਈ ਥੇਲਸ ਥਿਊਰਮ BD over DA must be equal to BF, ਇਹ ਬਰਾਬਰ ਹੋਣੇ ਚਾਹੀਦੇ ਆ, over FE। ਸੋ ਇਹ ਸਾਨੂੰ ਥੇਲਸ ਥਿਊਰਮ ਤੋਂ ਪਤਾ ਚੱਲਦਾ। ਇਹ ਸਾਡੇ ਪਾਸ ਹੋ ਗਿਆ ਸੈਕੰਡ ਇਕੁਏਸ਼ਨ। ਦੋ ਕੰਡੀਸ਼ਨਾਂ ਸੀ, ਦੋ ਕੰਡੀਸ਼ਨਾਂ ਤੋਂ ਅਸੀਂ ਦੋ ਇਕੁਏਸ਼ਨਾਂ ਜਿਹੜੀਆਂ ਨੇ ਬਣਾ ਲਈਆਂ ਨੇ। ਸੋ ਜੇ ਮੈਂ ਇਸ ਇਕੁਏਸ਼ਨ ਨੂੰ ਸਾਡੇ ਟੂ ਪ੍ਰੂਫ ਦੇ ਨਾਲ ਕੰਪੇਅਰ ਕਰਕੇ ਦੇਖਾਂ ਤਾਂ BF over FE ਵੀ ਸਾਡੇ ਪਾਸ ਜਿਹੜਾ ਇਹ ਉਹ ਆ ਗਿਆ, ਅਸੀਂ ਪ੍ਰਾਪਤ ਕਰ ਲਿਆ ਹੈ। ਸੋ ਹੁਣ ਮੈਂ ਪਹਿਲੀ ਤੇ ਦੂਜੀ ਇਕੁਏਸ਼ਨ ਨੂੰ ਮਿਲਾ ਕੇ ਦੇਖਦਾ ਹਾਂ, ਕੰਪੇਅਰ ਕਰਕੇ ਦੇਖਦਾ ਹਾਂ ਕੀ ਅਸੀਂ ਇੱਥੇ ਸਾਨੂੰ ਪ੍ਰਾਪਤ ਹੁੰਦਾ ਹੈ। ਸੋ ਜੇ ਮੈਂ ਲੈਫਟ ਹੈਂਡ ਸਾਈਡ ਚੈੱਕ ਕਰਾਂ BD over DA, BD over DA, ਇਹਨਾਂ ਦੀ ਜਿਹੜੀ ਲੈਫਟ ਹੈਂਡ ਸਾਈਡ ਹੈ ਉਹ ਬਰਾਬਰ ਹੈ। ਜੇਕਰ 1 ਤੇ 2 ਦੀ ਲੈਫਟ ਹੈਂਡ ਸਾਈਡ ਬਰਾਬਰ ਹੈ ਤਾਂ ਰਾਈਟ ਹੈਂਡ ਸਾਈਡ ਸੱਜਾ ਪਾਸਾ ਵੀ ਕੀ ਹੋਏਗਾ, ਬਰਾਬਰ ਹੋਏਗਾ। ਸੋ 1 ਅਤੇ 2 ਤੋਂ ਫਰੋਮ 1 ਐਂਡ 2, 1 ਅਤੇ 2 ਤੋਂ ਜੇਕਰ ਖੱਬਾ ਪਾਸਾ ਬਰਾਬਰ ਹੈ ਤਾਂ ਸੱਜਾ ਪਾਸਾ ਵੀ ਕੀ ਹੋਏਗਾ, ਬਰਾਬਰ ਹੋਏਗਾ। BE over EC is equal to BF over FE। ਸੋ ਅਸੀਂ ਇਹੀ ਪ੍ਰੂਵ ਕਰਨਾ ਸੀ, BE over EC is equal to BF over FE। ਸਿੱਧ ਕੀਤਾ, ਹੈਂਸ ਪ੍ਰੂਵਡ। ਸੋ ਉਮੀਦ ਹੈ ਤੁਹਾਨੂੰ ਇਹ ਵਾਲਾ ਜਿਹੜਾ ਕੁਐਸਚਨ ਹੈ ਉਹ ਸਮਝ ਆਇਆ ਹੋਵੇਗਾ। ਕੁਐਸਚਨ ਨੰਬਰ 5 ਤੇ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਦੇ ਜਿਹੜੇ ਰੈਗੂਲਰ ਅਪਡੇਟਸ ਨੇ ਉਹ ਮਿਲਦੇ ਰਹਿਣ। ਸੋ ਨੈਕਸਟ ਪਾਰਟ ਦੇ ਵਿੱਚ ਅਸੀਂ ਕੁਐਸਚਨ ਨੰਬਰ 5 ਜੋ ਹੈ ਉਹ ਵੀ ਡਿਸਕਸ ਕਰਦੇ ਹਾਂ। ਸੋ ਕੁਐਸਚਨ ਨੰਬਰ 5 ਸਾਡਾ ਜਿਹੜਾ ਇਹ ਕੁਐਸਚਨ ਨੰਬਰ 4 ਦੇ ਪੈਟਰਨ ਤੇ ਹੀ ਹੈ। ਇਨ ਫਿਗਰ 6.20 6.20 ਦੇ ਵਿੱਚ ਅਸੀਂ ਦੇਖਣਾ ਹੈ DE is parallel to OQ। ਜੋ DE ਲਾਈਨ ਹੈ ਇਹ ਪੈਰਲਲ ਹੈ OQ ਦੇ, ਐਂਡ DF is parallel to OR। DF ਜੋ ਹੈ ਉਹ OR ਦੇ ਪੈਰਲਲ ਹੈ। ਸ਼ੋ ਦੈਟ EF is parallel to QR। EF ਜੋ ਹੈ ਉਹ QR ਦੇ ਪੈਰਲਲ ਹੈ। ਸੋ ਪਹਿਲਾਂ ਜੋ ਸਾਨੂੰ ਗਿਵਨ ਨੇ ਦੋ ਸਾਈਡਾਂ ਜਿਹੜੀਆਂ ਪੈਰਲਲ ਗਿਵਨ ਨੇ ਤਾਂ ਅਸੀਂ ਥੇਲਸ ਥਿਊਰਮ ਜਿਹੜੀ ਉਹ ਯੂਜ਼ ਕਰ ਸਕਦੇ ਹਾਂ ਇੱਥੇ, ਤੇ ਇੱਥੋਂ ਅਸੀਂ ਦੋ ਰੇਸ਼ੋਜ਼ ਜਿਹੜੀਆਂ ਨੇ ਉਹ ਫਾਈਂਡ ਕਰ ਸਕਦੇ ਹਾਂ ਜਿਹੜੀਆਂ ਇਕੁਅਲ ਹੋਣਗੀਆਂ। ਸੋ ਗਿਵਨ ਕੀ ਹੈ ਸਾਨੂੰ, ਗਿਵਨ ਦਿੱਤਾ ਕੀ ਹੈ ਸਾਨੂੰ, DE is parallel to OQ ਐਂਡ ਅਤੇ ਦੂਜੀ ਕਿਹੜੀ ਪੈਰਲਲ ਹੈ ਸਾਡੇ ਪਾਸ, DF ਜਿਹੜੀ ਹੈ ਉਹ ਸਮਾਨਾਂਤਰ ਹੈ OR ਦੇ। ਸੋ ਅਸੀਂ ਸਿੱਧ ਕੀ ਕਰਨਾ ਹੈ, ਟੂ ਪ੍ਰੂਵ ਕੀ ਹੈ ਸਾਡੇ ਪਾਸ, ਸਿੱਧ ਕਰੋ that EF is parallel to QR। ਇਹ ਦੋ ਜਿਹੜੀਆਂ ਸਾਈਡਾਂ ਨੇ ਅਸੀਂ ਪੈਰਲਲ ਪ੍ਰੂਵ ਕਰਨੀਆਂ ਨੇ। ਸੋ ਅਸੀਂ ਇਹ ਵਾਲਾ ਸੈਕਸ਼ਨ ਤੇ ਇਹ ਵਾਲਾ ਸੈਕਸ਼ਨ ਲੈ ਕੇ ਚੱਲਾਂਗੇ ਪ੍ਰੂਫ ਦੇ ਵਿੱਚ, ਸਬੂਤ ਦੇ ਵਿੱਚ। ਸੋ DE ਪੈਰਲਲ OQ, ਜਿਹੜੀ DE ਹੈ ਉਹ OQ ਦੇ ਪੈਰਲਲ ਹੈ, ਤਾਂ ਤੁਹਾਡੀ ਈਜ਼ ਦੇ ਲਈ ਆਪਾਂ ਬਾਕੀ ਦਾ ਜਿਹੜਾ ਸੈਕਸ਼ਨ ਹੈ ਇਸ ਨੂੰ ਅਸੀਂ ਲਗੋ ਦਿੰਦੇ ਹਾਂ। DE ਪੈਰਲਲ ਜਿਹੜੀ ਹੈ OQ ਦੇ ਹੈ। ਜੇਕਰ ਅਸੀਂ ਗੱਲ ਕਰੀਏ ਤਾਂ ਸਾਡੇ ਪਾਸ ਇਹ ਵਾਲੀ ਟਰਾਈਐਂਗਲ ਹੈ, ਟਰਾਈਐਂਗਲ POQ, ਜੋ DE ਸਾਈਡ ਹੈ ਉਹ ਪੈਰਲਲ ਹੈ OQ ਦੇ, ਭਾਵ P ਤੋਂ E, E ਤੋਂ Q, ਇਸੇ ਤਰ੍ਹਾਂ P ਤੋਂ D ਤੇ D ਤੋਂ O ਸਾਡੇ ਪਾਸ ਰੇਸ਼ੋ ਕੀ ਹੋਏਗੀ, ਬਰਾਬਰ ਹੋਏਗੀ। ਸੋ ਇਨ ਟਰਾਈਐਂਗਲ POQ ਤਾਂ ਜਿਹੜੀ POQ ਟਰਾਈਐਂਗਲ ਹੈ ਇਸ ਦੇ ਵਿੱਚ ਮੇਰੇ ਪਾਸ DE ਆਹ ਵਾਲੀ ਜਿਹੜੀ ਸਾਈਡ ਹੈ ਇਹ ਪੈਰਲਲ ਹੈ OQ ਦੇ। ਤਾਂ DE ਪੈਰਲਲ ਜਦੋਂ OQ ਦੇ ਹੈ, DE ਸਮਾਨਾਂਤਰ ਹੈ OQ ਦੇ। ਸੋ ਬਾਏ ਥੇਲਸ ਥਿਊਰਮ ਸਾਨੂੰ ਥੇਲਸ ਥਿਊਰਮ ਕੀ ਦੱਸਦੀ ਹੈ ਕਿ ਜਦੋਂ ਕਦੇ ਵੀ ਅਸੀਂ ਇੱਕ ਲਾਈਨ ਜਿਹੜੀ ਹੈ
ਉਹ ਕਿਸੇ ਇੱਕ ਭੁਜਾ ਦੇ ਸਮਾਨਾਂਤਰ ਬਣਾਉਂਦੇ ਆ ਤਾਂ ਉਹ ਬਾਕੀ ਦੀਆਂ ਜਿਹੜੀਆਂ ਭੁਜਾਵਾਂ ਨੇ ਤ੍ਰਿਭੁਜ ਦੀਆਂ ਉਹਨਾਂ ਨੂੰ ਬਰਾਬਰ ਅਨੁਪਾਤ ਦੇ ਵਿੱਚ ਵੰਡਦੀ ਹੈ। ਸੋ P ਤੋਂ E ਤੇ E ਤੋਂ Q, P ਤੋਂ E ਤੇ E ਤੋਂ Q ਬਰਾਬਰ ਹੋਣਾ ਚਾਹੀਦਾ ਹੈ P ਤੋਂ D ਤੇ D ਤੋਂ O, ਕਿਉਂਕਿ ਇਹ ਸਾਡੀ ਲਾਈਨ ਜਿਹੜੀ ਹੈ ਪੈਰਲਲ ਹੈ ਇਸ ਤੇ। ਤਾਂ P ਤੋਂ D, D ਤੋਂ O, ਇਹ ਸਾਡੀ ਫਸਟ ਇਕੁਏਸ਼ਨ ਹੋ ਗਈ ਹੈ। ਇਸੇ ਤਰ੍ਹਾਂ ਅਸੀਂ ਦੂਸਰੀ ਕੰਡੀਸ਼ਨ ਲੈ ਲੈਂਦੇ ਹਾਂ, DF ਪੈਰਲਲ OR, DF ਪੈਰਲਲ OR। ਤਾਂ ਮੈਨੂੰ ਟਰਾਈਐਂਗਲ ਲੈਣੀ ਚਾਹੀਦੀ ਹੈ POR ਇਨ ਟਰਾਈਐਂਗਲ POR, ਤ੍ਰਿਭੁਜ POR ਦੇ ਵਿੱਚ ਸਾਨੂੰ ਕੀ ਗਿਵਨ ਹੈ, DF ਜੋ ਹੈ ਉਹ ਸਮਾਨਾਂਤਰ ਹੈ OR ਦੇ। ਜਿਹੜੀ ਇਹ ਤੀਸਰੀ ਸਾਈਡ ਹੈ ਇਸ ਦੇ ਸਮਾਨਾਂਤਰ ਮੈਂ ਇੱਕ DF ਲਾਈਨ ਜਿਹੜੀ ਉਹ ਡਰਾਅ ਕੀਤੀ ਹੈ। ਤਾਂ ਬਾਏ ਥੇਲਜ਼ ਥਿਊਰਮ ਫਿਰ ਤੋਂ ਅਸੀਂ ਸੇਮ ਕਨਸੈਪਟ ਜਿਹੜੀ ਹੈ ਯੂਜ਼ ਕਰਾਂਗੇ। ਥੇਲਜ਼ ਥਿਊਰਮ ਕੀ ਦੱਸਦੀ ਹੈ ਸਾਨੂੰ, ਜਦੋਂ ਕਦੇ ਵੀ ਦੋ ਲਾਈਨਾਂ ਸਮਾਨਾਂਤਰ ਨੇ ਤਾਂ ਜਿਹੜੀਆਂ ਬਾਕੀ ਦੀਆਂ ਦੋ ਭੁਜਾਵਾਂ ਨੇ ਉਹ ਬਰਾਬਰ ਅਨੁਪਾਤ ਦੇ ਵਿੱਚ ਵੰਡੀਆਂ ਜਾਂਦੀਆਂ ਨੇ। ਸੋ P ਤੋਂ ਲੈ ਕੇ D ਤੇ D ਤੋਂ ਲੈ ਕੇ O, ਕਿਉਂਕਿ DF ਲਾਈਨ ਪੈਰਲਲ ਹੈ ਸੋ P ਤੋਂ ਲੈ ਕੇ D ਤੱਕ। ਇਸੇ ਤਰ੍ਹਾਂ D ਤੋਂ ਲੈ ਕੇ O ਤੱਕ ਇਹ ਬਰਾਬਰ ਹੋਣਾ ਚਾਹੀਦਾ ਹੈ P ਤੋਂ ਲੈ ਕੇ F ਤੱਕ ਤੇ F ਤੋਂ ਲੈ ਕੇ R ਤੱਕ। ਸੋ P ਤੋਂ F ਤੇ F ਤੋਂ R, ਇਹ ਸਾਡੀ ਹੋ ਗਈ ਸੈਕੰਡ ਇਕੁਏਸ਼ਨ। ਸੋ ਇਹ ਜੋ ਕੁਐਸਚਨ ਹੈ ਪਹਿਲਾਂ ਦੀ ਤਰ੍ਹਾਂ ਲਗਭਗ ਸੇਮ ਹੀ ਹੈ ਇੱਥੇ ਤੱਕ। ਸੋ ਜੇਕਰ ਮੈਂ ਇੱਕ ਸਾਈਡ ਦੀ ਗੱਲ ਕਰਾਂ PD ਓਵਰ DO, PD ਓਵਰ DO, ਇਹਨਾਂ ਦਾ ਇੱਕ ਪਾਸਾ ਜਿਹੜਾ ਹੈ ਉਹ ਬਰਾਬਰ ਹੈ ਤਾਂ ਜਿਹੜੇ ਬਾਕੀ ਦੇ ਭਾਗ ਵੀ ਹੋਣਗੇ ਕੀ ਹੋਣਗੇ, ਬਰਾਬਰ ਹੋਣਗੇ। ਸੋ ਫਰੋਮ 1 ਐਂਡ 2, 1 ਅਤੇ 2 ਤੋਂ ਜੇਕਰ ਮੈਂ ਇਸ ਦੀ ਗੱਲ ਕਰਾਂ PD ਓਵਰ DO ਦੀ, ਤਾਂ ਇਹਨੂੰ ਛੱਡ ਕੇ ਸਾਡੇ ਪਾਸ ਕੀ ਆ ਜਾਏਗਾ, PE ਓਵਰ EQ ਬਰਾਬਰ ਹੈ PF ਓਵਰ FR ਦੇ। ਸੋ ਮੇਰੇ ਪਾਸ ਇੱਕ ਅਨੁਪਾਤ ਜਿਹੜਾ ਹੈ ਉਹ ਬਰਾਬਰ ਆ ਗਿਆ ਹੈ PF ਓਵਰ FR ਬਰਾਬਰ ਹੈ PE ਓਵਰ EQ। ਤਾਂ ਜੇਕਰ ਮੈਂ ਵੱਡੀ ਤ੍ਰਿਭੁਜ ਦੀ ਗੱਲ ਕਰਾਂ ਇਸ ਦੇ ਵਿੱਚ PE ਓਵਰ EQ, PE ਬਟੇ EQ ਜਿਹੜਾ ਉਹ ਬਰਾਬਰ ਹੈ PF ਬਟੇ FR ਦੇ। ਭਾਵ ਜੇਕਰ ਜਿਹੜੀ ਵੱਡੀ ਤ੍ਰਿਭੁਜ ਹੈ ਉਸ ਦੇ ਵਿੱਚ ਦੋ ਭੁਜਾਵਾਂ ਦਾ ਜਿਹੜਾ ਅਨੁਪਾਤ ਹੈ ਉਹ ਬਰਾਬਰ ਹੈ। ਦੈਨ ਬਾਈ ਕਨਵਰਸ ਆਫ ਥੇਲਜ਼ ਥਿਊਰਮ, ਜੇਕਰ ਅਸੀਂ ਥੇਲਜ਼ ਥਿਊਰਮ ਦੇ ਉਲਟ ਦੀ ਗੱਲ ਕਰੀਏ, ਬਾਈ ਕਨਵਰਸ ਆਫ ਥੇਲਜ਼ ਥਿਊਰਮ, ਥੇਲਜ਼ ਥਿਊਰਮ ਦੇ ਉਲਟ ਅਨੁਸਾਰ ਜਦੋਂ ਅਨੁਪਾਤ ਬਰਾਬਰ ਹੋਵੇਗਾ ਤਾਂ ਜਿਹੜੀਆਂ ਲਾਈਨਾਂ ਹੋਣਗੀਆਂ ਉਹ ਕੀ ਹੋਣਗੀਆਂ, ਸਮਾਨ ਅੰਤਰ ਹੋਣਗੀਆਂ। ਭਾਵ P ਤੋਂ E ਤੇ ਇੱਧਰ P ਤੋਂ F, ਤਾਂ ਲਾਈਨ ਕਿਹੜੀ ਬਣਦੀ ਹੈ EF ਇਜ਼ ਪੈਰਲਲ, ਇਹ ਸਮਾਨ ਅੰਤਰ ਹੋਏਗੀ। E ਤੋਂ Q, F ਤੋਂ R, ਭਾਵ ਲਾਈਨ ਕਿਹੜੀ ਬਣੀ ਸਾਡੇ ਪਾਸ QR। ਸੋ ਸਾਨੂੰ ਇਹੀ ਪੁੱਛਿਆ ਗਿਆ ਸੀ ਕਿ EF ਸਮਾਨ ਅੰਤਰ ਹੈ QR ਦੇ। ਸੋ ਹੈਂਸ ਪ੍ਰੂਵ। ਉਮੀਦ ਹੈ ਕੁਐਸਚਨ ਤੁਹਾਨੂੰ ਜਿਹੜਾ ਹੈ ਉਹ ਸਮਝ ਆਇਆ ਹੋਵੇਗਾ। ਜੇਕਰ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਹੋਰ ਵੀ ਵਧੇਰੇ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਚੈਨਲ ਤੇ ਆਉਣ ਲਈ ਧੰਨਵਾਦ।